ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਸਿੱਖ ਭਾਈਚਾਰਾ ਸ਼੍ਰੀ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਤੇ ਹੋਰ ਸਿੱਖ ਗੁਰਦੁਆਰਿਆਂ ਉੱਪਰ ਹੋਏ ਹਮਲੇ ਦੀ 37ਵੀਂ ਬਰਸੀ ਮਨਾ ਕੇ ਹਟਿਆ ਹੈ। ਜਦੋਂ ਵੀ ਇਹ ਦਿਨ ਆਉਂਦਾ ਹੈ, ਸਿੱਖਾਂ ਦੇ ਦੁਨੀਆ ਭਰ ਵਿੱਚ ਕਿਤੇ ਵੀ ਬੈਠੇ ਹੋਣ, ਹਿਰਦੇ ਮੁੜ ਵਲੂੰਦਰੇ ਜਾਂਦੇ ਨੇ। ਪਰ ਆਮ ਤੌਰ 'ਤੇ ਵੇਖਣ ਵਿੱਚ ਆਇਆ ਕਿ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰਦੇ ਹਾਂ, ਆਮ ਤੌਰ 'ਤੇ ਸੋਸ਼ਲ ਮੀਡੀਆ ਦੇ ਉੱਤੇ ਦੋ ਪੰਕਤੀਆਂ ਸਾਡੇ ਸਾਹਮਣੇ ਆਉਂਦੀਆਂ ਨੇ, ਨਾ ਭੁੱਲੇ ਹਾਂ ਨਾ ਭੁੱਲਾਂਗੇ। ਪਰ ਵੇਖਣ ਵਿੱਚ ਆਇਆ 37 ਸਾਲਾਂ ਤੋਂ ਬਾਅਦ ਵੀ ਅਸੀਂ ਭੁੱਲੇ ਨਹੀਂ, ਕਿਉਂਕਿ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀ, ਅਸੀਂ ਤਾਂ ਬੜੇ ਚਿਰ 'ਤੇ ਉਹਨਾਂ ਨੂੰ ਭੁੱਲ ਗਏ ਹਾਂ। ਫਿਰ ਇਹਨਾਂ ਪੰਕਤੀਆਂ ਦੇ ਕੀ ਅਰਥ ਨੇ? ਕੀ ਅਸੀਂ ਇਹ ਸਵੈ ਪੜਚੋਲ ਕੀਤੀ ਹੈ? ਅੱਜ ਇਸ ਸਵੈ ਪੜਚੋਲ ਕਰਨ ਲਈ ਸਾਡੇ ਨਾਲ ਨੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਮਸਲਾ ਉਦਾਸ ਕਰ ਦਿੰਦਾ ਹੈ ਜਦੋਂ ਇਹਦੇ ਬਾਰੇ ਸੋਚਦੇ ਹਾਂ। ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ, ਕਿੱਡੀ ਆਸਥਾ ਦਾ ਕੇਂਦਰ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ, ਤੇ ਉਹ ਢਹਿ ਢੇਰੀ ਹੋ ਜਾਣ ਤੋਂ ਬਾਅਦ 37 ਸਾਲਾਂ ਬਾਅਦ ਮੈਂ ਬਜਾਤੇ ਖੁਦ ਇਹ ਸਮਝਦਾ ਹਾਂ ਕਿ ਅਸੀਂ ਭੁੱਲ ਚੁੱਕੇ ਹਾਂ। ਜਿਹੜੀ ਮੈਂ ਹੁਣੇ ਗੱਲ ਕਹੀ ਸੀ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਅਸੀਂ ਇਹ ਇੱਕ ਸਾਡੀ ਹਿਸਟਰੀ ਵਿੱਚ, ਮਾਡਰਨ ਹਿਸਟਰੀ ਵਿੱਚ ਇਸ ਤੋਂ ਜ਼ਿਆਦਾ ਦਰਦਨਾਕ ਹਾਦਸਾ ਅਸੀਂ ਨਹੀਂ ਵੇਖਿਆ। ਔਰ ਐਜ਼ ਅ ਟੀਨਏਜਰ, ਉਸ ਵੇਲੇ ਮੇਰੀ ਉਮਰ, ਆਈ ਵਾਜ਼ ਅ ਟੀਨਏਜਰ ਜਦੋਂ ਇਹ ਹਾਦਸਾ ਹੋਇਆ ਸੀ। ਔਰ ਹੁਣ ਵੀ ਜਦੋਂ ਉਹ ਦਿਨ ਯਾਦ ਆਉਂਦੇ ਨੇ ਤੇ ਸਾਡੇ ਰੌਂਗਟੇ ਖੜੇ ਹੁੰਦੇ ਨੇ। ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਅਸੀਂ ਨਾਰੇ ਹਰ ਸਾਲ ਲਾ ਦਿੰਦੇ ਹਾਂ, ਨੈਵਰ ਫੋਰਗੇਟ 84, ਨੈਵਰ ਫੋਰਗੇਟ 84, ਪਰ ਅਸੀਂ ਇਹਨਾਂ 37 ਸਾਲਾਂ ਵਿੱਚ ਕਦੀ ਮੰਥਨ ਨਹੀਂ ਕੀਤਾ ਕਿ ਅਸੀਂ ਇਸ ਜਿਹੜੀ ਪੂਰੀ ਮੂਵਮੈਂਟ ਸੀ, ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ, ਮੇਰੇ ਖਿਆਲ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ ਇਹਨੂੰ ਯਾਦ ਕਰਦੀ ਹੈ, ਉਹਨਾਂ ਨੂੰ ਇਹਦੀ ਬੇਸ ਪਤਾ ਹੀ ਨਹੀਂ ਕਿ ਆਪਰੇਸ਼ਨ ਸ਼ੁਰੂ ਕਿੱਥੋਂ ਹੋਇਆ ਸੀ, ਮੂਵਮੈਂਟ ਕਿੱਥੋਂ ਸਟਾਰਟ ਹੋਈ ਸੀ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕੀ ਸੀ ਔਰ ਕੀ ਡਿਮਾਂਡ ਸਨ। ਅੱਜ ਉਹ ਸਾਰੀ ਮੂਵਮੈਂਟ ਨੂੰ ਇੱਕ ਖਾਲਿਸਤਾਨ ਦਾ ਰੰਗ ਦੇ ਦਿੱਤਾ ਗਿਆ ਵੀ ਇਹ ਖਾਲਿਸਤਾਨ ਮੰਗਦੇ ਸਨ, ਜੋ ਕਿ ਬਿਲਕੁਲ ਉਸ ਵੇਲੇ ਨਹੀਂ ਸੀ। ਔਰ ਇਹ ਡਿਮਾਂਡਸ ਅੱਜ ਕਿਸੇ ਨੂੰ ਨਹੀਂ ਪਤਾ। ਔਰ ਉਸ ਤੋਂ ਬਾਅਦ ਅੱਜ 37 ਸਾਲਾਂ ਵਿੱਚ ਅਸੀਂ ਕਦੇ ਵੀ ਪਿੱਛੇ ਜਾ ਕੇ ਇਹ ਨਹੀਂ ਵੇਖਿਆ ਕਿ ਇਸ ਜਿਹੜੀ ਪੂਰੀ ਮੂਵਮੈਂਟ ਸੀ, ਇਹਦਾ ਜਿਹੜਾ ਪੂਰਾ ਸੀ, ਇਹਦਾ ਸਿੱਖ ਪੰਥ ਨੂੰ ਇਹਦਾ ਇਹਦੇ ਨਾਲ ਕੀ ਨੁਕਸਾਨ ਹੋਇਆ ਹੈ, ਕੀ ਇਹਦੇ 'ਚੋਂ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਔਰ ਕੀ ਖੋਇਆ ਹੈ। ਮੈਂ ਸਮਝਦਾ ਕਿ ਸਾਨੂੰ 37 ਸਾਲਾਂ ਬਾਅਦ, ਇਹ ਤਾਂ ਸਾਨੂੰ ਬੜਾ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ, ਪਰ ਹੁਣ ਵੀ ਟਾਈਮ ਹੈ ਕਿ ਕੌਮ ਨੂੰ ਇਕੱਠੇ ਹੋ ਕੇ ਪਹਿਲਾਂ ਇਹਦਾ ਐਨਾਲਿਸਿਸ ਕਰੀਏ ਵੀ ਹੋਇਆ ਕੀ ਸੀ ਔਰ ਅੱਗੇ ਦਾ ਫਿਊਚਰ ਵਿੱਚ ਅਸੀਂ ਕਿਵੇਂ ਕਰਨਾ। ਤੁਸੀਂ ਹੁਣੇ ਦੱਸਿਆ ਕਿ ਤੁਸੀਂ ਉਦੋਂ ਟੀਨੇਜਰ ਸੀਗੇ, ਅਸੀਂ ਭਰ ਜਵਾਨੀ ਸਾਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬॉयਜ਼ ਹੋਸਟਲ ਦੇ ਵਿੱਚ ਅਸੀਂ ਉਦੋਂ ਸੀ ਕਿ ਜਦੋਂ ਅੰਮ੍ਰਿਤਸਰ ਦੇ ਕੈਂਟ ਏਰੀਏ ਤੋਂ ਟੈਂਕ ਜਾ ਰਹੇ ਸੀਗੇ ਹਮਲਾ ਕਰਨ ਲਈ, ਤੇ ਉਦੋਂ ਵੀ ਸਮਝ ਨਹੀਂ ਸੀ ਲੱਗਦੀ ਕਿ ਅਸੀਂ ਕੀ ਕਰੀਏ। ਪਰ ਜਦੋਂ ਇਹ ਸਾਰੇ ਦ੍ਰਿਸ਼ ਵੇਖੇ ਸੀ, ਉਸ ਤੋਂ ਲੈ ਕੇ ਅੱਜ ਤੱਕ ਮੈਂ ਹੈਰਾਨ ਹੋ ਜਾਂਦਾ ਕਿ ਸਿੱਖ ਲੀਡਰਸ਼ਿਪ ਦੇ ਵਿੱਚ ਬੁੱਧੀਜੀਵੀ ਬਹੁਤ ਨੇ। ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਸਕਾਲਰ ਵੀ ਹੈਗੇ ਨੇ, ਇਤਿਹਾਸਕਾਰ ਵੀ ਹੈਗੇ ਨੇ, ਪਰ ਨਾ ਤਾਂ ਇਹਦਾ ਇਤਿਹਾਸ ਹੀ ਠੀਕ ਢੰਗ ਨਾਲ ਲਿਖਿਆ ਗਿਆ, ਨਾ ਬੁੱਧੀਜੀਵੀਆਂ ਨੇ ਇਹਦਾ ਐਨਾਲਿਸਿਸ ਹੀ ਕੀਤਾ ਹੈ ਚੱਜ ਸਵਾਦ ਨਾਲ। ਤੁਸੀਂ ਕੀ ਸਮਝਦੇ ਹੋ? ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਇਹਨੂੰ ਸਵੈ ਪੜਚੋਲ ਨਾ ਕਰਨੀ ਤੇ ਇਹਨੂੰ ਇਤਿਹਾਸਕ ਪ੍ਰਸੰਗ ਦੇ ਵਿੱਚ ਪ੍ਰੋਪਰ ਢੰਗ ਨਾਲ ਨਾ ਵੇਖਣਾ? ਮੈਂ ਸਮਝਦਾ ਕਿ ਸਾਡੀ ਕੌਮ ਵਿੱਚ ਲੀਡਰਸ਼ਿਪ ਦੀ ਬੜੀ ਘਾਟ ਰਹੀ ਹੈ। 47 ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਸਾਡੀ ਕੋਲ ਕੋਈ ਸੁਲਝੀ ਹੋਈ ਲੀਡਰਸ਼ਿਪ ਨਹੀਂ ਮਿਲੀ ਜਿਹੜਾ ਕਿ ਸਿੱਖ ਕੌਮ ਦੇ ਮਸਲਿਆਂ ਨੂੰ ਲੈ ਕੇ ਤੇ ਅੱਗੇ ਚਲੇ। ਸਾਰੇ ਆਪਣੀ ਪਰਸਨਲ ਦੇ ਵਿੱਚ ਜ਼ਰੂਰ ਆ ਜਾਂਦੇ ਨੇ, ਪਾਰਟੀ ਲੈਵਲ 'ਤੇ ਆ ਜਾਂਦੇ ਨੇ, ਪਰ ਕਦੀ ਵੀ ਕੌਮ ਵਾਸਤੇ ਕੋਈ ਅਸੀਂ ਇਕੱਠੇ ਹੋ ਕੇ ਕੋਈ ਲੀਡਰਸ਼ਿਪ ਸਾਹਮਣੇ ਆਈ ਨਹੀਂ ਜਿਹਨੂੰ ਅਸੀਂ ਕਹਿ ਜਾਈਏ ਵੀ ਇਹ ਸਿੱਖ ਲੀਡਰ ਨੇ ਜਿਹੜੇ ਸਾਡੇ ਲੀਡਰਸ਼ਿਪ ਵਾਸਤੇ ਕੰਮ ਕਰ ਰਹੇ ਨੇ। ਇੱਕੋ ਹੀ ਲੀਡਰ ਸਾਹਮਣੇ ਆਏ ਸਨ ਜਿਨ੍ਹਾਂ ਦੇ ਕਿ ਉਹ ਸਿੱਖ ਕੌਮ ਦਾ ਫੇਸ ਬਣ ਗਏ ਸਨ, ਉਹ ਸਨ ਸੰਤ ਭਿੰਡਰਾਂ ਵਾਲੇ। ਸੰਤ ਜਰਨੈਲ ਸਿੰਘ ਖਾਲਸਾ ਜਦੋਂ ਭਿੰਡਰਾਂ ਵਾਲੇ ਲਾਈਮਲਾਈਟ ਵਿੱਚ ਆਏ 80 ਦੇ ਦਸ਼ਕ ਵਿੱਚ, ਲੇਟ 70s ਦੇ ਦਸ਼ਕ ਵਿੱਚ, ਤੇ ਉਹ ਪੂਰੀ ਕੌਮ ਦਾ ਇੱਕ ਫੇਸ ਬਣੇ ਸਨ। ਕੌਮ ਵਿੱਚ ਖਾਸ ਕਰ ਯੂਥ ਵਿੱਚ ਇੱਕ ਉਹਨਾਂ ਨੇ ਆਸ ਜਗਾਈ ਸੀ
ਕਿ ਅਸੀਂ ਸਿੱਖਾਂ ਵਾਸਤੇ ਬੜਾ ਕੁਝ ਕਰ ਸਕਦੇ ਹਾਂ ਔਰ ਬੜਾ ਕੁਝ ਲੈ ਸਕਦੇ ਹਾਂ, ਉਹਨਾਂ ਨੇ ਜਿਹਨੂੰ ਕਹਿੰਦੇ ਨੇ ਇੱਕ ਸੁੱਤੀ ਕੌਮ ਜਗਾਈ ਸੀ। ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਅਸੀਂ ਖਾਲਿਸਤਾਨ ਲੈਣਾ ਹੈ। ਉਹਨਾਂ ਨੇ ਸਿੱਖਾਂ ਨੂੰ ਆਪਣੇ ਅਧਿਕਾਰ, ਆਪਣੇ ਰਾਈਟਸ ਇੰਡੀਆ ਵਿੱਚ ਲੈਣ ਵਾਸਤੇ, ਔਰ ਇਹ ਨਹੀਂ ਕਿ ਉਹ ਸਿਰਫ ਉਹ ਜਿਹੜਾ ਵੀ ਰਾਜਨੀਤਿਕ ਜਿਹੜੀ ਗੱਲਾਂ ਕਰਦਾ ਸੀ ਉਹਦੇ ਉਹ ਕਹਿੰਦੇ ਸੀ ਨਹੀਂ ਪਹਿਲਾਂ ਕੌਮ ਦੀ ਗੱਲ ਕਰੋ। ਤੇ ਉਹ ਸਿੱਖਾਂ ਨੂੰ ਇੱਕ ਅੱਗੇ ਲੈ ਕੇ ਚੱਲੇ ਸਨ। ਇੱਕ ਐਗਜ਼ਾਮਪਲ ਮੈਂ ਦੇਣਾ ਚਾਹਾਂਗਾ ਥੋੜ੍ਹਾ ਬਹੁਤ, ਉਹ ਜਿਵੇਂ ਬਾਲ ਠਾਕਰੇ ਸੀ ਉਹਨਾਂ ਦਿਨਾਂ ਵਿੱਚ, ਉਹ ਹਿੰਦੂਆਂ ਵਾਸਤੇ ਇੱਕ ਸੋਰਸ ਬਣਿਆ ਸੀ ਪ੍ਰੇਰਨਾ ਦਾ। ਉਹ ਸੰਤ ਜੀ ਸਾਡੇ ਪੂਰੀ ਕੌਮ ਦੇ ਇੱਕ ਫੇਸ ਬਣ ਚੁੱਕੇ ਸਨ। ਹੀ ਵਾਜ਼ ਐਕਸੈਪਟਡ ਲੀਡਰ, ਹੀ ਵਾਜ਼ ਲੁੱਕ ਅਪ ਟੂ, ਔਰ ਪੂਰੀ ਕੌਮ ਉਹਨਾਂ ਵੱਲ ਵੇਖਦੀ ਸੀ ਕਿ ਇਹਨਾਂ ਦਾ ਹੁਣ ਅਗਲਾ ਆਰਡਰ ਕੀ ਆਉਣਾ ਹੈ। ਔਰ ਸਿੱਖ ਲੀਡਰਸ਼ਿਪ ਜਿਹੜੀ ਉਸ ਵੇਲੇ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀ, ਜਿਹੜੀ ਜਿਨ੍ਹਾਂ ਦੀ ਜਿਵੇਂ ਕਹਿੰਦਾ ਕੋਈ ਸਪਾਈਨ ਨਹੀਂ ਹੁੰਦੀ, ਉਹ ਕਦੀ ਵੀ ਇੱਧਰ ਢਹਿ ਜਾਂਦੇ ਨੇ ਉੱਧਰ ਢਹਿ ਜਾਂਦੇ ਨੇ, ਕੌਮ ਦੀ ਨਹੀਂ ਸੋਚਦੇ, ਉਹ ਵੀ ਉਹਨਾਂ ਦੇ ਥੱਲੇ ਆ ਗਈ ਸੀ। ਔਰ ਉਸ ਵੇਲੇ ਮੈਂ ਸਮਝਦਾ ਕਿ ਇਹ ਬੜੀ ਇਹਨੂੰ ਅਨਫੋਰਚੂਨੇਟ ਕਹਿ ਲਓ ਜਾਂ ਵਿਜ਼ਨ ਸਹੀ ਨਹੀਂ ਹੋਣਾ ਕਿ ਸੰਤ ਜੀ ਦੀ ਜਿਹੜੀ ਸ਼ਹੀਦੀ ਹੋਈ ਹੈ, ਉਹ ਮੈਂ ਸਮਝਦਾ ਕਿ ਸਾਨੂੰ ਸੰਤ ਜੀ ਅੱਜ ਵੀ ਜ਼ਿੰਦਾ ਚਾਹੀਦੇ ਸਨ। ਕਿਉਂਕਿ ਸਾਨੂੰ ਉਹਨਾਂ ਦੀ ਸ਼ਹੀਦੀ ਤੋਂ ਸਾਡੀ ਕੌਮ ਨੂੰ ਬੜਾ ਨੁਕਸਾਨ ਹੋਇਆ। ਮੈਂ ਸਮਝਦਾ ਕਿ ਸੰਤ ਜੀ ਅਗਰ ਸ਼ਹੀਦ ਨਾ ਹੁੰਦੇ, ਅਗਰ ਉਹ ਸਾਡੇ ਲੀਡਰ ਬਣ ਕੇ ਰਹਿੰਦੇ, ਤੇ ਅੱਜ ਕੌਮ ਵਾਸਤੇ ਸਾਡੇ ਵਾਸਤੇ ਉਹਨਾਂ ਨੇ ਬੜਾ ਕੁਝ ਲੈਣਾ ਸੀ, ਔਰ ਅੱਜ ਕੌਮ ਇੱਕ ਹੋਰ ਹੀ ਜਗ੍ਹਾ 'ਤੇ ਹੋਣੀ ਸੀ। ਪਰ ਅਨਫੋਰਚੂਨੇਟਲੀ ਉਹਨਾਂ ਦੀ ਸ਼ਹੀਦੀ ਹੋਈ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਸੈਂਟੀਮੈਂਟਸ ਦੱਸਦਾ ਉਹਨਾਂ ਦਿਨਾਂ ਦੇ, ਕਿ ਅਸੀਂ ਮੰਨਣ ਨੂੰ ਤਿਆਰ ਹੁੰਦੇ ਸੀ ਕਿ ਸੰਤ ਜੀ ਸ਼ਹੀਦ ਹੋ ਗਏ ਨੇ। 2-2, 3-3 ਸਾਲ ਤੱਕ ਅਸੀਂ ਵੇਟ ਕਰਦੇ ਰਹਿੰਦੇ ਸੀ, ਨਹੀਂ ਸੰਤ ਜੀ ਦੀ ਉਹ ਰੂਮਰਸ ਆਉਂਦੀਆਂ ਸੀ। ਉਹਨਾਂ ਦਿਨਾਂ ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀ, ਤੇ ਖਬਰਾਂ ਆਉਂਦੀਆਂ ਸੀ ਕਿ ਅੱਜ ਸੰਤ ਜੀ ਰੇਡੀਓ ਪਾਕਿਸਤਾਨ ਤੋਂ ਜਾਂ BBC ਤੇ ਅੱਜ ਆ ਕੇ ਉਹਨਾਂ ਨੇ ਸਪੀਚ ਦੇਣੀ ਹੈ। ਔਰ ਅਸੀਂ ਉਸ ਵੇਲੇ ਯੂਥ ਜਿਹੜਾ ਹੁੰਦਾ ਸੀ, ਅਸੀਂ ਰੇਡੀਓ ਟਿਊਨ ਕਰਕੇ ਬਹਿ ਜਾਂਦੇ ਸੀ, ਕਿਉਂਕਿ ਸਾਨੂੰ ਲੀਡਰ ਚਾਹੀਦਾ ਸੀ, ਸਾਨੂੰ ਲੀਡਰਸ਼ਿਪ ਦੀ ਲੋੜ ਸੀ। ਔਰ ਅਨਫੋਰਚੂਨੇਟਲੀ ਉਹਨਾਂ ਤੋਂ ਬਾਅਦ ਔਰ ਇਹ ਸਾਡੀਆਂ ਗਲਤੀਆਂ ਨੇ। ਇਹ ਮੈਂ ਕਹਿੰਦਾ ਅਸੀਂ ਨਹੀਂ ਸਮਝਦੇ ਕਿ ਅੱਜ ਅਸੀਂ ਸੰਤ ਜੀ ਨੂੰ, ਅਸੀਂ ਜਦੋਂ ਵੀ ਸੰਤ ਪਿੰਡਰਾਣੇ ਦਾ ਨਾਂ ਲੈਂਦੇ ਹਾਂ ਉਹਨਾਂ ਨੂੰ ਖਾਲਿਸਤਾਨ ਨਾਲ ਜਾਂ ਖਾਲਿਸਤਾਨੀ ਬਣਾ ਦਿੰਦੇ ਹਾਂ। ਨੋ, ਹੀ ਵਾਜ਼ ਅ ਵੈਰੀ ਵੈਰੀ ਸੈਕੂਲਰ, ਵੈਰੀ ਜਿਹਨੂੰ ਕਹਿੰਦੇ ਨੇ ਵੈਰੀ ਬਰੋਡ ਮਾਈਂਡਡ ਲੀਡਰ। ਉਹਨਾਂ ਨੇ ਹਮੇਸ਼ਾ ਸਾਰਿਆਂ ਨੂੰ ਜੋੜਿਆ ਔਰ ਸਿੱਖ ਕੌਮ ਦੀ ਗੱਲ ਕੀਤੀ। ਔਰ ਉਹ ਲੀਡਰਸ਼ਿਪ ਅਸੀਂ ਖੋਈ ਹੈ ਆਪਰੇਸ਼ਨ ਬਲੂ ਸਟਾਰ ਵਿੱਚ, ਜਿਹੜਾ ਕਿ ਸਾਡੇ ਵਾਸਤੇ ਸਭ ਤੋਂ ਵੱਡਾ ਅਨਫੋਰਚੂਨੇਟ ਸਿਚੁਏਸ਼ਨ ਸੀ। ਔਰ ਉਸ ਤੋਂ ਬਾਅਦ ਅਸੀਂ ਆਪਣੇ ਯੂਥ ਨੂੰ, ਖਾਸ ਕਰ ਜਿਹੜੇ ਅਸੀਂ ਬਾਹਰ ਆ ਗਏ ਇੰਡੀਆ ਤੋਂ ਉਸ ਵੇਲੇ, ਮੈਂ 1986 ਵਿੱਚ ਅਮਰੀਕਾ ਆ ਗਿਆ, ਕਈ ਮੇਰੇ ਭਾਈ ਭੈਣ ਭਰਾ ਉੱਥੋਂ ਸਾਰੇ ਇੱਥੇ ਆਏ ਨੇ। ਅਸੀਂ ਇੱਕ ਵੈਕਿਊਮ ਇੱਥੇ ਬਣਾਇਆ ਹੋਇਆ। ਅਸੀਂ ਹੁਣ ਜਿਹੜਾ ਸਾਡਾ ਮੇਨ ਸਟਰੀਮ ਸਿੱਖ ਕਮਿਊਨਿਟੀ ਪੰਜਾਬ ਵਿੱਚ ਰਹਿ ਰਹੀ ਹੈ, ਇੰਡੀਆ ਵਿੱਚ ਰਹਿ ਰਹੀ ਹੈ, ਅਸੀਂ ਤੇ ਇੱਥੇ ਬਹੁਤ ਥੋੜਾ ਨੰਬਰ ਆ। ਉੱਥੇ ਦੇ ਮੇਨ ਸਾਡੇ ਸਿੱਖ ਤੇ 2-3 ਕਰੋੜ ਉੱਥੇ ਇੰਡੀਆ 'ਚ ਹੀ ਰਹਿ ਰਹੇ ਨੇ ਭੈਣ ਭਰਾ ਸਾਡੇ। ਉਹ ਮੂਵ ਫਾਰਵਰਡ ਕਰ ਗਏ ਨੇ, ਅਸੀਂ ਉਸੇ ਵੈਕਿਊਮ 'ਚ ਇੱਥੇ ਬੈਠੇ ਹੋਏ ਹਾਂ। ਅਸੀਂ ਉਹਨਾਂ ਨਾਲ ਆਪਣੀ ਹਾਲੇ ਤੱਕ ਸੋਚ ਬਣਾ ਨਹੀਂ ਸਕੇ ਹਾਂ ਕਿ ਸਾਡੀ ਕੌਮ ਜਿਹੜੀ ਇੰਡੀਆ, ਜਿਹੜੀ ਮੇਨ ਸਾਡੀ ਕੌਮ ਹੈ, ਉਹਦੇ ਵਾਸਤੇ ਅਸੀਂ ਇੱਥੋਂ ਕੀ ਕਰ ਸਕਦੇ ਹਾਂ। ਇਹ 84 ਵਿੱਚ ਜੋ ਹੋਇਆ ਸੀ, ਅਸੀਂ ਇਹਨੂੰ ਐਨਾਲਾਈਜ਼ ਕਰਕੇ ਕੋਈ ਨਵਾਂ ਕੁਝ ਕੱਢੀਏ ਜਾ ਕੇ। ਪਰ ਅਸੀਂ ਸਿਰਫ ਇੱਕੋ ਮੈਸੇਜ ਲੈ ਕੇ ਉਹੀ ਵਾਲਾ 84 ਵਾਲਾ ਅਸੀਂ ਬੈਠੇ ਹੋਏ ਹਾਂ। ਵੀ ਹੈਵ ਨਾਟ ਮੂਵਡ ਫਾਰਵਰਡ ਔਨ ਦੈਟ। ਮੈਂ ਇਹ ਤੁਹਾਡੇ ਨਾਲ ਕਿਉਂ ਗੱਲ ਕਰ ਰਿਹਾ ਅੱਜ, ਕਿਉਂਕਿ ਬਹੁਤ ਸਾਰੇ TV ਚੈਨਲਸ ਤੇ, ਸੋਸ਼ਲ ਮੀਡੀਆ ਦੇ ਉੱਪਰ, ਰੇਡੀਓਜ਼ ਦੇ ਉੱਪਰ ਲਗਾਤਾਰ ਹਫਤਾ ਇਸ ਮਸਲੇ ਦੇ ਬਾਰੇ ਡੈਡੀਕੇਟ ਕੀਤਾ ਗਿਆ। 84 ਆਪਰੇਸ਼ਨ ਬਲੂ ਸਟਾਰ, ਤੀਜਾ ਘੱਲੂਘਾਰਾ। ਪਰ ਮੈਨੂੰ ਇਸ ਕਰਕੇ ਲੱਗਾ ਕਿ ਤੁਸੀਂ ਸਮੇਂ ਦੇ ਉੱਤੇ ਜਿਹੜੇ ਸਿੱਖ ਇਸ਼ੂ ਬਾਹਰਲੇ ਦੇਸ਼ਾਂ ਦੇ ਵਿੱਚ ਨੇ, ਉਹਨਾਂ ਨੂੰ ਭਾਰਤ ਸਰਕਾਰ ਕੋਲ ਵੀ ਉਠਾਇਆ। ਲੋੜ ਪੈਣ ਦੇ ਉੱਤੇ ਜਿਹੜੀਆਂ ਸਿੱਖ ਮੰਗਾਂ ਨੇ ਉਹਨਾਂ ਨੂੰ ਉਭਾਰਿਆ, ਤੇ ਵਕਤ ਦੇ ਹਿਸਾਬ ਨਾਲ ਜਿਸ ਤਰ੍ਹਾਂ ਦਾ ਉਹਦੇ ਬਾਰੇ ਫੈਸਲਾ ਅਖਤਿਆਰ ਕਰਨਾ ਚਾਹੀਦਾ ਸੀ, ਉਹ ਕਰਨ ਦੀ ਕੋਸ਼ਿਸ਼ ਕੀਤੀ। ਖਾਲਿਸਤਾਨੀ ਜਿਹੜੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੇ, ਉਹਨਾਂ ਵੱਲੋਂ ਤੁਹਾਡਾ ਵਿਰੋਧ ਵੀ ਕੀਤਾ ਗਿਆ। ਜਿਹੜੀਆਂ ਖਾਲਿਸਤਾਨੀ ਜਥੇਬੰਦੀਆਂ ਨੇ, ਉਹਨਾਂ ਦਾ ਆਪਸੀ ਵਿਰੋਧ ਵੀ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ। ਜੇ ਉਦੋਂ ਲੀਡਰਸ਼ਿਪ ਦੇ ਵਿੱਚ ਕੋਈ ਫਲਾਅ ਰਹਿ ਗਏ ਨੇ, ਅੱਜ ਅਸੀਂ ਸਵੈ ਪੜਚੋਲ ਕਿਉਂ ਨਹੀਂ ਗੇ ਕਰਦੇ ਕਿ ਹੁਣ ਤਾਂ ਘੱਟੋ ਘੱਟ ਉਹਨਾਂ ਚੀਜ਼ਾਂ ਤੋਂ ਸਬਕ ਸਿੱਖ ਲਈਏ? ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੇਰਾ ਇਹ ਕਹਿਣਾ ਹੈ ਕਿ ਦੇਖੋ, ਖਾਲਿਸਤਾਨੀ ਜਿਹੜੀ ਜਥੇਬੰਦੀਆਂ ਨੇ, ਮੈਂ ਉਹਨਾਂ ਦੇ ਖਿਲਾਫ ਨਹੀਂ, ਉਹਨਾਂ ਦੀ ਆਪਣੀ ਸੋਚ ਹੈ। ਔਰ ਜੇ ਉਹ ਆਪਣਾ, ਹਰ ਕੋਈ ਚਾਹੁੰਦਾ ਹੈ ਕਿ ਸਾਡਾ ਰਾਜ ਹੋਏ, ਸਾਡਾ ਮੁਲਕ ਹੋਏ, ਠੀਕ ਹੈ ਨਾ। ਉਹ ਤੇ ਹਰ ਕੌਮ ਚਾਹੁੰਦੀ, ਹਰ ਕੋਈ ਚਾਹੁੰਦਾ ਹੈ। ਸੰਤ ਪਿੰਡਰਾਲੇ ਨੇ ਵੀ ਕਿਹਾ ਸੀ, ਜੇ ਖਾਲਿਸਤਾਨ ਮੈਂ ਮੰਗਦਾ ਨਹੀਂ, ਪਰ ਜੇ ਕੱਲ੍ਹ ਨੂੰ ਦੇਣਗੇ ਤਾਂ ਮੈਂ ਮਨਾ ਵੀ ਨਹੀਂ ਕਰਾਂਗਾ। ਸੋ
ਹਰ ਕੌਮ ਅਸੀਂ 47 ਵਿੱਚ ਵੀ ਚਾਹੁੰਦੇ ਸੀ, ਅਸੀਂ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਸਾਡਾ ਰਾਜ ਰਿਹਾ ਹੈ, ਔਰ ਹਰ ਕੌਮ ਮੰਗਦੀ ਹੈ। ਪਰ ਹਾਲਾਤ ਦੇਖ ਕੇ ਸਾਨੂੰ ਉਸ ਹਿਸਾਬ ਨਾਲ ਇੱਕ ਹੁੰਦਾ ਨਾ ਕਿ ਸੋਚੀ ਸਮਝੀ ਸਟੈਪ ਲੈਣੇ ਚਾਹੀਦੇ ਨੇ, ਔਰ ਸਭ ਤੋਂ ਪਹਿਲਾਂ ਆਪਣੀ ਕੌਮ ਨੂੰ ਫੋਰਫਰੰਟ ਤੇ ਰੱਖਣਾ ਚਾਹੀਦਾ ਹੈ ਕਿ ਅੱਜ ਸਾਡੇ ਜਿਹੜੇ 2 ਕਰੋੜ 3 ਕਰੋੜ ਸਿੱਖ ਇੰਡੀਆ ਵਿੱਚ ਰਹਿ ਰਹੇ ਨੇ, ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਇੱਥੋਂ ਗੱਲ ਕਰਨੀ ਚਾਹੀਦੀ ਹੈ। ਠੀਕ ਹੈ ਨਾ, ਅੱਜ ਦੀਆਂ ਸਰਕਾਰਾਂ ਨੇ, ਉਹ ਪਹਿਲਾਂ ਦੀਆਂ ਸਰਕਾਰਾਂ ਸਨ, ਅੱਜ ਦੀਆਂ ਸਰਕਾਰਾਂ ਨੇ, ਔਰ ਸਿੱਖਾਂ ਨੂੰ ਮੈਂ ਨਹੀਂ ਕਹਿੰਦਾ ਕਿ ਉਹ ਸਰਕਾਰ ਚੰਗੀ ਸੀ, ਇਹ ਮਾੜੀ ਹੈ, ਇਹ ਚੰਗੀ, ਉਹ ਮਾੜੀ ਹੈ। ਹਰ ਸਰਕਾਰ ਜਿਹੜੀ ਹੈ ਉਹ ਮਿਨੋਰਿਟੀ ਵਾਸਤੇ ਇੰਡੀਆ ਵਿੱਚ ਕੋਈ ਨਾ ਕੋਈ ਪ੍ਰੈਸ਼ਰ ਪਾਉਂਦੀ ਹੈ, ਔਰ ਐਜ਼ ਅ ਮਿਨੋਰਿਟੀ ਸਿੱਖਾਂ ਨੂੰ ਉੱਥੇ ਬੜਾ ਸਾਨੂੰ ਮਿਲ ਕੇ ਸੋਚ ਕੇ ਟੀਮ ਨਾਲ ਅੱਗੇ ਵਧਣਾ ਪੈਂਦਾ। ਸੰਤ ਪਿੰਡਰਾਲੇ ਦੀ ਉਸ ਵੇਲੇ ਜਿਹੜੀਆਂ ਮੰਗਾਂ ਸਨ, ਜਾਂ ਤੁਸੀਂ ਅਨੰਦਪੁਰ ਸਾਹਿਬ ਪ੍ਰਸਤਾਵ ਲੈ ਲਓ, ਉਹਦੇ ਵਿੱਚ ਇਹੀ ਸੀਗਾ ਕਿ ਸਿੱਖਾਂ ਨੂੰ ਰਾਈਟਸ ਦਿੱਤੇ ਜਾਣ, ਪੰਜਾਬ ਨੂੰ ਸੈਲਫ ਰਾਈਟਸ ਦਿੱਤੇ ਜਾਣ, ਸਾਨੂੰ ਵੱਖਰਾ ਸੈਕੰਡ ਗ੍ਰੇਡ ਦਾ ਸਿਟੀਜ਼ਨ ਨਾ ਮੰਨਿਆ ਜਾਏ, ਅਸੀਂ ਬਿਲਕੁਲ ਬਰਾਬਰੀ ਤੇ ਰਹੀਏ। ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ 1947 ਵਿੱਚ, ਉਹ ਪੂਰੇ ਕੀਤੇ ਜਾਣ। ਚੰਡੀਗੜ੍ਹ ਜਿਹੜਾ ਪੰਜਾਬ ਵਾਸਤੇ ਬਣਿਆ ਸੀ, ਉਹ ਪੰਜਾਬ ਨੂੰ ਦਿੱਤਾ ਜਾਏ, ਨਾ ਕਿ ਧੋਖੇ ਨਾਲ ਕਿਸੇ ਹੋਰ ਸਟੇਟ ਨੂੰ ਦੇ ਦਿੱਤਾ ਜਾਏ। ਹੁਣ ਇਹ ਮੰਗਾਂ ਸਨ, ਔਰ ਕੁਝ ਇੱਕ ਹੋਰ ਵੀ ਮੰਗਾਂ ਸਨ ਕਿ ਆਪਣਾ ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਪੂਰੇ ਵਰਲਡ ਵਿੱਚ ਟਰਾਂਸਮਿਸ਼ਨ ਹੋਣਾ ਚਾਹੀਦਾ, ਜੋ ਕਿ ਹੁਣ ਹੋ ਰਿਹਾ। PTC ਦਾ ਚੈਨਲ ਹੈ ਜਿਹੜੀ ਪੂਰੀ ਦੁਨੀਆ ਵਿੱਚ ਅਸੀਂ ਹੁਣ ਹਰਿਮੰਦਰ ਸਾਹਿਬ ਤੋਂ ਵੇਖਦੇ ਹਾਂ। ਅਤੇ ਕਈ ਗੱਲਾਂ ਹੋਈਆਂ ਨੇ, ਕਈ ਨਹੀਂ ਹੋਈਆਂ ਹਾਲੇ ਤੱਕ, ਔਰ ਕਈ ਨਵੇਂ ਮਸਲੇ ਆ ਗਏ ਨੇ। ਅਤੇ ਮੈਂ ਸੋਚਦਾ ਸਿੱਖ ਲੀਡਰਸ਼ਿਪ ਭਾਵੇਂ ਹੁਣ ਅਮਰੀਕਾ ਵਿੱਚ ਬੈਠੀ ਹੋਏ ਜਾਂ ਇੰਡੀਆ ਵਿੱਚ ਬੈਠੀ ਹੋਏ, ਇੱਕ ਪਲੈਟਫਾਰਮ 'ਤੇ ਸਿੱਖ ਕਮਿਊਨਿਟੀ ਲਈ ਆਉਣਾ ਚਾਹੀਦਾ ਹੈ। ਕਈ ਵਾਰ ਇਵੇਂ ਲੱਗਦਾ ਹੈ ਕਿ ਅਸੀਂ ਜਿਹੜੇ ਬਾਹਰ ਸਿੱਖ ਬੈਠੇ ਹਾਂ, ਉਹ ਆਪਣੀ ਤੂਤੀ ਵਜਾਈ ਜਾ ਰਹੇ ਹਾਂ, ਆਪਣਾ ਹੀ ਏਜੰਡਾ ਲੈ ਕੇ ਚੱਲੀ ਜਾ ਰਹੇ ਹਾਂ, ਜਿਹਦਾ ਇੰਡੀਆ ਦੇ ਸਿੱਖ ਹੁਣ ਇਸ ਵੇਲੇ ਉਹਨਾਂ ਨੂੰ ਉਹਦੀ ਲੋੜ ਨਹੀਂ ਹੈ, ਉਹਨਾਂ ਦੇ ਹੋਰ ਮਸਲੇ ਮਸਾਇਲ ਨੇ। ਸੋ ਕੌਮ ਵਾਸਤੇ ਸਾਨੂੰ ਇੱਕ ਹੋ ਕੇ ਇੱਕ ਪਲੈਟਫਾਰਮ 'ਤੇ ਚੱਲਣਾ ਚਾਹੀਦਾ ਹੈ। ਮਸਲੇ ਤਾਂ ਬਹੁਤ ਸਾਰੇ ਸੀਗੇ, ਨੋ ਡਾਊਟ ਕਿ ਗੋਲਡਨ ਟੈਂਪਲ ਐਕਸਪ੍ਰੈਸ ਟ੍ਰੇਨ ਚਲਾਓ, ਗੁਰਬਾਣੀ ਦਾ ਪ੍ਰਸਾਰਨ ਹੋਵੇ। ਹਾਲਾਂਕਿ PTC ਬਾਰੇ ਵੀ ਲੋਕਾਂ ਨੇ ਕੰਟਰੋਵਰਸੀ ਬਣਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਬਾਰ-ਬਾਰ PTC ਵੱਲੋਂ ਇਹ ਦੱਸਿਆ ਗਿਆ ਕਿ PTC ਹਰਿਮੰਦਰ ਸਾਹਿਬ ਨੂੰ ਰੈਵਨਿਊ ਜਨਰੇਟ ਕਰਕੇ ਦੇ ਰਿਹਾ, ਪਰ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਹੈ ਉਹ ਪੰਜਾਬ ਦੇ ਬਾਰੇ ਮੰਗੇ ਜਾ ਰਹੇ ਨੇ। ਕਈ ਮਸਲੇ ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਨੇ। ਅਸੀਂ ਖਾਸ ਕਰਕੇ ਇਸ ਦਿਨ ਦੇ ਉੱਤੇ ਜੇ ਆਪਾਂ ਸਵੈ ਪੜਚੋਲ ਕਰਨੀ ਹੋਵੇ, ਤੇ ਹੁਣ ਕਿਉਂਕਿ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਅਮਰੀਕਾ ਦੀ ਜਿਹੜੀ ਸਿੱਖ ਸਿਆਸਤ ਆ ਉਹ ਕਿੱਥੇ ਖਲੋਤੀ ਹੈ, ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਜੇ ਇਸ ਦਿਨ ਦੇ ਉੱਤੇ ਅਸੀਂ ਕੋਈ ਸਬਕ ਸਿੱਖ ਲਈਏ ਤੇ ਸ਼ਾਇਦ ਅਸੀਂ ਆਉਣ ਵਾਲੀਆਂ ਜਨਰੇਸ਼ਨਸ ਲਈ ਇੱਥੇ ਹੀ ਕੁਝ ਕਰ ਸਕੀਏ। ਪਰ ਇਹ ਗੱਲਬਾਤ ਕਰਾਂਗੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਹੋਰਾਂ ਨਾਲ। ਜੈਸੀ ਜੀ, ਤੁਹਾਡਾ ਬ੍ਰੇਕ ਤੋਂ ਬਾਅਦ ਸਵਾਗਤ ਹੈ। ਤੇ ਨਾਲ ਹੀ ਤੁਹਾਨੂੰ ਇਹ ਸਵਾਲ ਹੈ, ਜਿੱਥੇ ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਅਸੀਂ ਇੱਥੋਂ ਦੀ ਸਿੱਖ ਲੀਡਰਸ਼ਿਪ ਨੂੰ ਵੀ ਦੇਖਦੇ ਹਾਂ, ਘੱਟੋ ਘੱਟ ਜੇ ਅਸੀਂ ਅਮਰੀਕਾ ਦੇ ਵਿੱਚ ਹੀ ਆਪਣੇ ਆਪ ਨੂੰ ਸੰਭਾਲ ਲਈਏ, ਇੱਥੇ ਵੀ ਥਾਂ ਥਾਂ 'ਤੇ ਸਿੱਖ ਖਿਲ ਰਹੇ ਹੋਏ ਨੇ। ਜੇ ਪ੍ਰੋਟੈਸਟ ਕਰਨਾ ਹੈ ਤੇ ਮੈਂ ਦੇਖ ਰਿਹਾ ਹਾਂ, ਜਦੋਂ ਮੈਂ 97-98 'ਚ ਇੱਥੇ ਆਇਆ ਸੀਗਾ, ਉਸ ਤੋਂ ਬਾਅਦ ਪ੍ਰੋਟੈਸਟ ਕਰਨ ਵਾਲਿਆਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ। ਜਿਸ ਮੁੱਦੇ ਦੀ ਅਸੀਂ ਗੱਲ ਕਰਦੇ ਹਾਂ, ਚਾਹੇ ਉਹ ਖਾਲਿਸਤਾਨ ਦਾ ਹੋਵੇ ਜਾਂ ਹੋਰ ਇਸ਼ੂ ਲੈ ਕੇ ਜਾਈਏ, ਤੁਸੀਂ ਇਹਨੂੰ ਕਿਵੇਂ ਸਮਝਦੇ ਹੋ ਕਿ ਇਹ ਇੱਕ ਸਾਂਝੀ ਲੀਡਰਸ਼ਿਪ ਅਸੀਂ ਅਮਰੀਕਾ ਦੇ ਵਿੱਚ ਕਿਵੇਂ ਪ੍ਰੋਵਾਈਡ ਕਰ ਸਕਦੇ ਹਾਂ? ਜਦੋਂ ਤੁਸੀਂ ਕਿਹਾ ਕਿ ਖਾਲਿਸਤਾਨੀ ਵਿਚਾਰਧਾਰਾ ਹੈ, ਤੁਹਾਡੀ ਮੋਡਰੇਟ ਵਿਚਾਰਧਾਰਾ ਹੈ, ਬਹੁਤ ਸਾਰੇ ਸਿੱਖਾਂ ਨੂੰ ਮੈਂ ਜਾਣਦਾ ਜਿਹੜੀ ਮੋਡਰੇਟ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਨੇ। ਅਮਰੀਕਾ ਦਾ ਇੱਕ ਬਿਜ਼ਨਸ ਦਾ ਸਿਸਟਮ ਆ ਕਿ ਤੁਹਾਡੇ ਬਹੁਤ ਸਾਰੇ ਕਾਰੋਬਾਰ ਨੇ ਤੇ ਤੁਸੀਂ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਬਣਾ ਲੈਂਦੇ ਹੋ, ਜਾਂ ਕੋਈ LLC ਜਾਂ ਇਨਕਾਰਪੋਰੇਸ਼ਨ ਬਣਾ ਲੈਂਦੇ ਹੋ। ਇਹਦੇ ਵਿੱਚ ਅਸੀਂ ਨਾ ਤਾਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਣ ਲਈ ਤਿਆਰ ਆ, ਕਦੀ ਜਥੇਦਾਰਾਂ ਦੇ ਵਿੱਚ ਨੁਕਸ, ਸ਼੍ਰੋਮਣੀ ਕਮੇਟੀ ਦੇ ਵਿੱਚ ਨੁਕਸ, ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ। ਇੱਥੇ ਅਸੀਂ ਕੀ ਦਿੱਤਾ ਹੈ ਪਿਛਲੇ 37 ਸਾਲਾਂ ਦੇ ਵਿੱਚ? ਤੁਸੀਂ ਕਿਵੇਂ ਸਮਝਦੇ ਹੋ ਕਿ ਅਸੀਂ ਸਹੀ ਲੀਡਰਸ਼ਿਪ ਅਮਰੀਕਾ 'ਚ ਪ੍ਰੋਵਾਈਡ ਕਰ ਸਕੇ? ਪਿਛਲੇ 37 ਸਾਲ ਤੁਹਾਡੇ ਸਾਹਮਣੇ ਨੇ ਜੀ। ਅਸੀਂ ਜਿਹਨੂੰ ਕਹਿੰਦੇ ਨੇ ਨਾ ਵੇਸਟ ਕੀਤੇ ਨੇ। ਕੋਈ ਇੱਥੇ ਅਸੀਂ ਸਿਵਾਏ ਗੁਰਦੁਆਰੇ ਖੋਲ੍ਹਣ ਦੇ ਕਿ ਇੱਕ ਗੁਰਦੁਆਰੇ ਦੀ ਮੈਨੇਜਮੈਂਟ ਵਿੱਚ ਜੇ ਕੋਈ ਲੜਾਈ ਹੋਈ ਤਾਂ ਅਸੀਂ ਤੀਜਾ ਗੁਰਦੁਆਰਾ ਖੋਲ੍ਹਤਾ, ਉਹਨਾਂ ਦੀ ਲੜਾਈ ਉਹਨਾਂ ਨੇ ਚੌਥਾ ਖੋਲ੍ਹਤਾ। ਅਤੇ ਉਸ ਤੋਂ ਇਲਾਵਾ ਅਸੀਂ ਆਪਣੀ ਕੌਮ ਵਾਸਤੇ ਇੱਥੇ ਕੁਝ ਜ਼ਿਆਦਾ ਨਹੀਂ ਕਰ ਪਾਏ। ਨਾ ਕਿ ਸਾਡੀ ਬੱਚਿਆਂ ਨੂੰ ਕਿਸੇ ਅਸੀਂ ਮੇਨ ਸਟਰੀਮ ਪੋਲੀਟਿਕਸ ਵਿੱਚ ਪਾ ਸਕੇ, ਨਾ ਅਸੀਂ ਹਾਲੇ ਤੱਕ ਆਪਣੀ ਸਿੱਖ ਕੌਮ ਨੂੰ ਕਿਧਰੇ ਕਾਂਗਰਸਮੈਨ ਜਾਂ ਸੈਨੇਟਰਸ ਜਾਂ ਇਸ ਪਾਸੇ ਲੈ ਕੇ ਜਾ ਸਕੇ।
ਬਲਕਿ 50s ਵਿੱਚ ਅਸੀਂ ਜ਼ਿਆਦਾ ਅੱਛੇ ਸੀ। ਸਾਡੇ ਕੋਲ ਦਲੀਪ ਸਿੰਘ ਸੌਂਦ ਹੁੰਦੇ ਸੀ ਜਿਹੜੇ ਪਹਿਲੇ ਕਾਂਗਰਸਮੈਨ ਬਣੇ ਸੀ, ਉਸ ਤੋਂ ਬਾਅਦ ਅਸੀਂ ਰਿਵਰਸ ਵਿੱਚ ਗਏ ਹਾਂ। ਅਤੇ ਔਰ ਦੂਜੀ ਗੱਲ ਜਿਹੜੀ ਇੱਥੇ ਦੀਆਂ ਆਰਗੇਨਾਈਜੇਸ਼ਨਸ ਨੇ, ਛੋਟੀਆਂ ਛੋਟੀਆਂ ਸਿੱਖ ਆਰਗੇਨਾਈਜੇਸ਼ਨਸ, ਹਰ ਕਿਸੇ ਨੇ ਆਪਣਾ ਝੰਡਾ ਚੁੱਕਿਆ ਹੋਇਆ। ਔਰ ਮੈਂ ਸਮਝਦਾ ਕਿ 37 ਸਾਲ ਪਹਿਲੇ ਇੱਕ ਅਲੱਗ ਦੌਰ ਸੀ ਜਿਹਦੇ ਵਿੱਚ ਤੁਸੀਂ ਪ੍ਰੋਟੈਸਟ, ਤੁਸੀਂ ਮੋਰਚੇ ਕੱਢਦੇ ਸੋ, ਤੁਸੀਂ ਅਗਰੈਸਿਵ ਹੁੰਦੇ ਸੋ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ। ਅੱਜ ਕੱਲ੍ਹ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਔਰ ਦੂਜਾ ਟੇਬਲ ਟਾਕਸ ਦਾ ਹੈ। ਤੁਸੀਂ ਜਾ ਕੇ ਬਹਿ ਕੇ ਗੱਲ ਕਰੋ, ਤੁਸੀਂ ਆਪਣੇ ਮਸਲੇ ਮਸਾਇਲ ਰੱਖੋ ਜਿਵੇਂ ਕਿ ਅਸੀਂ ਰੱਖੇ ਨੇ। ਸਿਕਸ ਆਫ ਅਮਰੀਕਾ ਅਤੇ ਅਸੀਂ, ਤੁਸੀਂ ਵੀ ਸਾਡੇ ਨਾਲ ਡੈਲੀਗੇਸ਼ਨ ਵਿੱਚ ਰਹੇ ਹੋ। ਜਦੋਂ ਨਰਿੰਦਰ ਮੋਦੀ ਇੱਥੇ ਆਏ ਸੀ ਪਹਿਲੀ ਵਾਰ, ਅਸੀਂ ਜਾ ਕੇ ਸਿੱਖ ਮਸਲੇ ਉਹਨਾਂ ਦੇ ਅੱਗੇ ਰੱਖੇ ਸੀ ਔਰ ਉਹਨਾਂ ਵਿੱਚੋਂ ਕਈ ਮਸਲੇ ਮੰਨੇ ਵੀ ਗਏ। ਜਿਹੜੀ 84 ਦੇ ਦੰਗਿਆਂ ਦੀ ਇਨਕੁਆਇਰੀਆਂ ਸ਼ੁਰੂ ਹੋਈਆਂ, ਜਿਹੜੀ ਕਾਲੀ ਸੂਚੀ ਖਤਮ ਹੋਈ, ਉਹ ਅਸੀਂ ਜਾ ਕੇ ਇਕੱਠੇ ਸਾਰਿਆਂ ਨੇ ਮਿਲ ਕੇ, ਉਹ ਕੋਈ ਇੱਕ ਪਾਰਟੀ ਦਾ ਨਹੀਂ ਸੀ ਡੈਲੀਗੇਸ਼ਨ, ਉਹ ਸਿੱਖ ਕਮਿਊਨਿਟੀ ਦਾ ਕਲੈਕਟਿਵ ਡੈਲੀਗੇਸ਼ਨ। ਪੋਲੀਟੀਕਲ ਅਸਾਈਲੀਜ਼ ਨੂੰ ਪਾਸਪੋਰਟ ਵੀਜ਼ੇ ਮਿਲਣੇ ਸ਼ੁਰੂ ਹੋਏ, ਪੋਲੀਟੀਕਲ ਅਸਾਈਲੀਜ਼, ਫੈਮਿਲੀ ਡਿਪੈਂਡੈਂਸੀ ਉਹਨਾਂ ਨੂੰ ਮਿਲਣੇ। ਬਿਲਕੁਲ, ਉਹ ਸਾਰਾ ਅਸੀਂ ਕੀਤਾ। ਔਰ ਬਲਕਿ ਜਿਹੜੇ ਸਾਡੇ ਕੋਲ ਜਿਹੜੇ ਉੱਥੋਂ ਪੋਲੀਟੀਕਲ ਅਸਾਈਲੀਜ਼ ਸਨ, ਉਹਨਾਂ ਨੇ ਬਿਲਕੁਲ ਤੁਸੀਂ ਠੀਕ ਕਿਹਾ, ਪਰ ਉਹਦੇ ਵਿੱਚ ਕਈ ਜਥੇਬੰਦੀਆਂ ਨੇ ਇੱਥੇ ਸਾਨੂੰ ਕਿਹਾ ਜੀ ਇਹ ਤੇ ਜੀ ਬਿਲਕੁਲ ਇੰਡੀਅਨ ਗਵਰਨਮੈਂਟ ਦੇ ਟਾਊਟ ਨੇ ਜਾਂ ਇੰਡੀਅਨ ਗਵਰਨਮੈਂਟ ਦੇ ਪਿੱਠੂ ਨੇ। ਹੁਣ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਜੇ ਅਸੀਂ ਟੇਬਲ ਟਾਕਸ ਕਰਦੇ ਹਾਂ ਜਾ ਕੇ, ਅਸੀਂ ਜੇ ਮੋਦੀ ਨੂੰ ਮਿਲਦੇ ਹਾਂ, ਤਾਂ ਕੋਈ ਆਪਣੇ ਅਸੀਂ ਫਾਇਦੇ ਵਾਸਤੇ ਨਹੀਂ ਜਾ ਰਹੇ ਉੱਥੇ। ਮੈਂ ਇੰਡੀਆ ਵਿੱਚ ਕੋਈ ਪਰਮਿਟ ਜਾਂ ਸੀਮੈਂਟ ਦੇ ਕੋਟੇ ਨਹੀਂ ਲੈਣੇ। ਮੈਂ ਤਾਂ ਅਮਰੀਕਾ ਰਹਿਣਾ, ਮੇਰੇ ਬੱਚੇ ਇੱਥੇ ਨੇ। ਅਸੀਂ ਤੇ ਕੌਮ ਦੇ ਵਾਸਤੇ ਗਏ ਸੀ ਔਰ ਕੌਮ ਵਾਸਤੇ ਅੱਜ ਮੋਦੀ ਹੈ। ਇਹਦਾ ਮਤਲਬ ਇਹ ਨਹੀਂ ਜੇ ਮੋਦੀ ਨੂੰ ਮਿਲਿਆ ਤੇ ਅਸੀਂ ਮੋਦੀ ਨਾਲ ਸਹਿਮਤ ਹੋ ਗਏ ਕਿ ਜੋ ਮੋਦੀ ਕਰ ਰਿਹਾ ਉਹ ਠੀਕ ਹੈ। ਨਹੀਂ, ਜਿੱਥੇ ਮੋਦੀ ਗਲਤ ਹੈ ਅਸੀਂ ਠੋਕ ਕੇ ਕਿਹਾ। ਕਿਸਾਨਾਂ ਦੀ ਜਿਹੜੀ ਅੱਜ ਸਾਡੀ ਮੂਵਮੈਂਟ ਚੱਲ ਰਹੀ ਹੈ, ਅਸੀਂ ਬਿਲਕੁਲ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਹਾਂ। ਪਰ ਲੀਡਰਸ਼ਿਪ ਉਹ ਹੁੰਦੀ ਹੈ ਜਿਹੜੀ ਸਮੇਂ-ਸਮੇਂ 'ਤੇ ਟੇਬਲ ਟਾਕਸ ਕਰੇ। ਅੱਜ ਮੋਦੀ ਹੈ, ਕੱਲ੍ਹ ਨੂੰ ਕੋਈ ਹੋਰ ਆ ਸਕਦਾ, ਅਸੀਂ ਉਹਨੂੰ ਵੀ ਮਿਲਾਂਗੇ, ਪਰ ਸਿੱਖ ਕੌਮ ਵਾਸਤੇ ਮਿਲਾਂਗੇ। ਜਿਸ ਤਰ੍ਹਾਂ ਅਸੀਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਪਾਕਿਸਤਾਨ ਜਾ ਕੇ ਮਿਲੇ ਹਾਂ ਸਿੱਖ ਮਸਲਿਆਂ ਵਾਸਤੇ, ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ ਮਿਲੇ ਹਾਂ। ਪਿੱਛੇ ਪਾਕਿਸਤਾਨੀ ਸਾਡੀ ਸਿੱਖ ਬੱਚੀ ਸੀ ਜਗਜੀਤ ਸਿੰਘ, ਜਿਹਦਾ ਕਿ ਭਾਰਤ ਦੇ ਮੀਡੀਆ ਨੇ ਬਹੁਤ ਚੁੱਕਿਆ ਸੀ ਕਿ ਉਹ ਜੀ ਕਿਡਨੈਪ ਹੋ ਗਈ ਹੈ। ਉਹ ਮਿਲ ਕੇ ਅਸੀਂ ਉਹ ਕੇਸ ਰਿਜ਼ੋਲਵ ਕਰਵਾਏ ਨੇ। ਸੋ ਸਿੱਖ ਮਸਲਿਆਂ ਵਾਸਤੇ ਸਾਡੀ ਜਿਹੜੀ ਇੱਥੇ ਦੀ ਲੀਡਰਸ਼ਿਪ ਹੈ, ਤੁਹਾਡੀ ਵਿਚਾਰਧਾਰਾ ਜੋ ਵੀ ਹੈ, ਸਾਨੂੰ ਸਿੱਖ ਮਸਲਿਆਂ ਵਾਸਤੇ ਇਕੱਠੇ ਹੋਣਾ ਪਏਗਾ ਔਰ ਇਕੱਠੇ ਹੋ ਕੇ ਔਰ ਉਹਦਾ ਹੱਲ ਕੱਢਣਾ ਪਏਗਾ। ਉਹਦੇ ਵਿੱਚ ਤੁਸੀਂ ਕਿਹਾ ਸਾਨੂੰ ਇਕੱਠੇ ਹੋ ਕੇ ਮੰਥਨ ਕਰਨਾ ਚਾਹੀਦਾ, ਸਾਨੂੰ ਇਕੱਠੇ ਹੋ ਕੇ ਸੋਚਣਾ ਚਾਹੀਦਾ ਵੀ 37 ਸਾਲ ਵਿੱਚ ਅਸੀਂ ਕੀ ਪਾਇਆ, ਕੀ ਆਪਰੇਸ਼ਨ ਬਲੂ ਸਟਾਰ, ਕੀ ਉਹ ਮੂਵਮੈਂਟਸ ਜਿਹੜੀਆਂ ਸਨ ਉਹਦੇ ਨਾਲ ਸਾਨੂੰ ਕੀ ਨੁਕਸਾਨ ਹੋਏ ਨੇ, ਕੀ ਫਾਇਦੇ ਹੋਏ ਨੇ, ਔਰ ਅਸੀਂ ਉਹਨੂੰ ਅੱਗੇ ਕਿਸ ਤਰ੍ਹਾਂ ਆਪਣੀ ਕੌਮ ਨੂੰ ਇਹ ਜਿਹੜੇ ਮਾਹੌਲ ਹੈ ਇਹਦੇ 'ਚੋਂ ਕਿਵੇਂ ਉਬਾਰ ਕੇ ਤੇ ਅੱਗੇ ਸਕਸੈਸਫੁਲ ਕਰੀਏ। ਜਸਦੀਪ ਜੀ, ਤੁਸੀਂ ਵਿੱਚ ਗੱਲ ਕੀਤੀ ਸੀਗੀ ਕਿ ਜੇ ਤੁਸੀਂ ਇੰਡੀਅਨ ਗਵਰਨਮੈਂਟ ਨਾਲ ਗੱਲ ਕਰਦੇ ਹੋ ਤੇ ਤੁਹਾਨੂੰ ਉਹਦੇ ਬਾਰੇ ਕਈ ਤਰ੍ਹਾਂ ਦੇ ਸਟੈਂਪ ਲਾ ਦਿੱਤੀ ਜਾਂਦੀ ਹੈ। ਸਟੈਂਪ ਤਾਂ ਅਸੀਂ ਲੈ ਕੇ ਬੈਠੇ ਹਾਂ, ਉਹ ਤੇ ਅਸੀਂ ਤਾਂ ਉਹ ਹਰ ਇੱਕ ਤੇ। ਔਰ ਦੁੱਖ ਇਸ ਗੱਲ ਦਾ ਸਭ ਤੋਂ ਵੱਡਾ ਕਿ ਜਦੋਂ ਪੰਥਕ ਜਥੇਬੰਦੀਆਂ ਆਪੋ ਵਿੱਚ ਗਦਾਰੀ ਦਾ ਤੇ ਉਹਨਾਂ ਨੂੰ ਸਰਕਾਰੀ ਏਜੰਟ ਦਾ ਉਹਨਾਂ ਤੇ ਲੈਬਲ ਲਾਉਂਦੀਆਂ ਨੇ। ਇਹ ਸਾਡੇ ਸਾਹਮਣੇ ਆਇਆ ਪਿਛਲੇ ਦਿਨਾਂ ਦੇ ਵਿੱਚ। ਮੈਂ ਬਾਰ-ਬਾਰ ਇਸ ਗੱਲ ਬਾਰੇ ਸੋਚਦਾ ਕਿ ਜਿਸ ਤਰ੍ਹਾਂ ਦੀ ਹੁਣ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਇਕੱਠੀ ਕੀਤੀ ਜਾ ਸਕਦੀ ਹੈ। ਤੁਸੀਂ ਆਪਣੀ ਗੱਲ 'ਚ ਕਿਹਾ ਕਿ ਹੁਣ ਵਕਤ ਆ ਗਿਆ, ਵਕਤ ਬਦਲ ਗਿਆ। ਗਦਾਰਾਂ ਦੀ ਸੂਚੀ ਲੱਭਣੀ ਕੋਈ ਬਹੁਤੀ ਔਖੀ ਨਹੀਂ ਰਹੀ। ਇਨਫੋਰਮੇਸ਼ਨ ਬੜੀ ਛੇਤੀ ਨਿਕਲ ਆਉਣੀ ਆ, ਪਰ ਹੁੰਦਾ ਕੀ ਹੈ ਕਿ ਬਾਰ-ਬਾਰ ਫਿਰ ਇਹੀ ਦਿਮਾਗ 'ਚ ਆਉਂਦਾ ਕਿਹਦੇ ਬਾਰੇ ਕੱਢੀਏ। ਹੈ ਤਾਂ ਸਿੱਖ ਹੀ ਨੇ ਨਾ। ਤੁਸੀਂ ਪਿਛਲੇ ਇਤਿਹਾਸ ਦੇ ਵਿੱਚ ਚੱਲ ਜਾਓ, ਲੀਡਰਸ਼ਿਪ ਦੀਆਂ ਗਲਤੀਆਂ ਮਹਾਰਾਜਾ ਰਣਜੀਤ ਸਿੰਘ ਨਹੀਂ, ਉਸ ਤੋਂ ਵੀ ਪਹਿਲਾਂ ਤੁਹਾਡੇ ਸਾਹਮਣੇ ਹੌਲੀ-ਹੌਲੀ ਤੁਰੀਆਂ ਹੋਣਗੀਆਂ। ਦੇਸ਼ ਵੰਡ ਹੋਈ, ਉਸ ਤੋਂ ਵੀ ਸਾਡੀ ਲੀਡਰਸ਼ਿਪ ਦੀਆਂ ਗਲਤੀਆਂ ਸੀਗੀਆਂ, ਪਰ ਸਮੇਂ-ਸਮੇਂ 'ਤੇ ਸਬਕ ਸਿੱਖਣ ਦੀ ਲੋੜ ਆ। ਤੁਸੀਂ ਕੀ ਸਮਝਦੇ ਹੋ ਕਿ ਹੁਣ ਜਿਸ ਦੌਰ ਦੇ ਵਿੱਚ ਅਸੀਂ ਬੈਠੇ ਹਾਂ, ਜਦੋਂ ਅਸੀਂ 6 ਜੂਨ ਦੇ ਬਾਰੇ ਚਿੰਤਤ ਹਾਂ ਅਤੇ ਸਵੈ ਪੜਚੋਲ ਕਰ ਰਹੇ ਹਾਂ, ਕਿਹੜੇ ਅਹਿਮ ਕਦਮ ਨੇ ਜਿਹੜੇ ਸਾਨੂੰ ਹੁਣ ਚੁੱਕਣ ਦੀ ਲੋੜ ਆ? ਬਹੁਤ ਸਾਰੇ ਅਸੀਂ ਡਿਸਕਸ ਕੀਤੇ ਨੇ। ਕੀ ਅਸੀਂ ਲੀਡਰਸ਼ਿਪ ਦੇ ਬਾਰੇ ਨੁਕਤਾਚੀਨੀ ਕਰਦੇ ਰਹੀਏ? ਜਿੰਨੇ ਪ੍ਰੋਗਰਾਮ ਮੈਂ ਵੇਖੇ ਨੇ, ਦੂਸ਼ਣਬਾਜ਼ੀ ਤੋਂ ਉੱਪਰ ਨਹੀਂ ਉੱਠ ਸਕੇ। ਕੀ ਕਰੀਏ ਅਸੀਂ ਇਸ ਮੌਕੇ ਦੇ ਉੱਤੇ? ਮੇਰੇ ਹਿਸਾਬ ਨਾਲ ਤੇ ਜਿਹੜੀ ਲੀਡਰਸ਼ਿਪ ਹੈ, ਜਿਹੜੀ ਡਿਫਰੈਂਟ ਜਥੇਬੰਦੀਆਂ ਨੇ, ਉਹਨਾਂ ਨੂੰ ਆਪਣੇ ਆਪਣੇ ਏਜੰਡੇ ਵੱਖ ਕਰਕੇ ਆਪਸ ਵਿੱਚ ਮਿਲਣਾ ਚਾਹੀਦਾ ਹੈ ਔਰ ਸਿੱਖ ਕੌਮ ਦੇ ਫਾਇਦੇ ਦੀ ਪਹਿਲਾਂ ਗੱਲ ਕਰਨੀ ਚਾਹੀਦੀ ਹੈ। ਸਾਡੇ ਯੂਥ ਨੂੰ ਪਿਛਲੇ 37 ਸਾਲ ਵਿੱਚ ਜਿਹੜਾ ਬਾਹਰ ਰਹਿ ਰਿਹਾ ਅਮਰੀਕਾ 'ਚ ਜਾਂ ਕੈਨੇਡਾ,
ਉਹਨਾਂ ਨੂੰ ਹਾਲੇ ਤੱਕ ਅਸਲੀਅਤ ਪਤਾ ਹੀ ਨਹੀਂ ਹੈ ਕਿ ਬਈ ਸਾਡੇ ਨਾਲ ਇੰਡੀਆ ਵਿੱਚ ਕੀ ਹੋਇਆ ਸੀ। ਇੱਕ ਉਹਨਾਂ ਨੂੰ ਭਰਮ ਜਿਹਾ ਹੈ ਤੇ ਬਸ ਉਹ ਇੱਕ ਬਸ ਖਾਲਿਸਤਾਨ ਦੀ ਲਾਈਨ ਵਿੱਚ ਲੱਗੇ ਹੋਏ ਨੇ, ਔਰ ਬਾਕੀ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਇੰਡੀਆ 'ਚ ਕੀ ਹੋ ਰਿਹਾ, ਸਾਡੇ ਸਿੱਖਾਂ ਨਾਲ ਕੀ ਹੋ ਰਿਹਾ ਹੈ, ਔਰ ਜਾਂ ਕਿੰਨੀ ਉੱਥੇ ਪ੍ਰੋਗਰੈਸ ਹੋ ਗਈ ਹੈ, ਜਾਂ ਸਿੱਖ ਪੰਜਾਬ 'ਚ ਵਾਪਸ ਪ੍ਰੋਗਰੈਸ ਦੇ ਵੱਲ ਟੁਰ ਰਿਹਾ ਹੈ, ਕਿਵੇਂ ਪੰਜਾਬ ਨੂੰ ਸਟਰੋਂਗ ਕਰਨਾ, ਉਸ ਵਾਲੇ ਕਿਸੇ ਦਾ ਧਿਆਨ ਨਹੀਂ ਹੈ। ਠੀਕ ਹੈ ਨਾ। ਹੁਣ ਉਸ ਵੇਲੇ ਵੀ ਅਸੀਂ ਇਹੀ ਕਹਿੰਦੇ ਸੀ ਵੀ ਸਰਕਾਰਾਂ ਨਾਲ ਲੜਾਈਆਂ ਲੜਨਾ, ਜਾਂ ਅਸੀਂ ਫਿਰ ਮੈਂ ਕਹਿੰਦਾ ਖਾਲਿਸਤਾਨ ਹਰ ਕੌਮ ਦੀ, ਹਰ ਸਿੱਖ ਦੀ ਖਾਹਿਸ਼ ਹੁੰਦੀ ਸਾਡੇ ਕੋਲ ਆਪਣਾ ਰਾਜ ਹੋਏ, ਭਾਵੇਂ ਉਹਨੂੰ ਅਸੀਂ ਖਾਲਿਸਤਾਨ ਕਹੀਏ ਜਾਂ ਕੋਈ ਹੋਰ ਨਾਂ ਤੋਂ ਕਹੀਏ, ਅਸੀਂ ਸਾਡਾ ਆਪਣਾ ਰਾਜ ਹੋਏ। ਪਰ ਅਸੀਂ ਉਹਦਾ ਕੋਈ ਵਿਜ਼ਨ, ਕੋਈ ਤਰੀਕਾ, ਕੋਈ ਸੋਚ ਸਮਝ ਕੇ ਕੋਈ ਉਸ ਵੱਲ ਚੱਲੀਏ, ਮੂਰਖਤਾ ਵਾਂਗੂ ਬਸ ਨਾਅਰੇ ਲਾਣੇ, ਜਾਂ ਮੂਰਖਤਾ ਵਾਂਗੂ ਸਾਲ 'ਚ 2 ਵਾਰੀ ਜਾ ਕੇ ਭਾਰਤੀ ਐਮਬੈਸੀ ਦੇ ਬਾਹਰ ਜਾ ਕੇ ਨਾਅਰੇ ਲਾਣੇ, ਉਹ ਇਹਦਾ ਹੱਲ ਨਹੀਂ ਹੈ। ਉਹ ਮੈਂ ਸਮਝਦਾ ਲੋਕਾਂ ਦੀ ਰੋਜ਼ੀ ਰੋਟੀ ਆਪਣੀ ਚਲਾ ਰਹੇ ਨੇ, ਔਰ ਕੌਮ ਨੂੰ ਇੱਕ ਭਰਮ ਵਿੱਚ ਪਾਇਆ ਹੋਇਆ। ਤੁਸੀਂ ਬਿਲਕੁਲ ਠੀਕ ਕਿਹਾ। ਦੇਖੋ, ਜਿਹੜੀ ਸਿੱਖ ਰਾਜ ਜਦੋਂ ਸਭ ਤੋਂ ਆਖਰੀ ਸਿੱਖ ਰਾਜ ਸੀਗਾ, ਜਦੋਂ ਹਿੰਦੁਸਤਾਨ ਦੇ ਵਿੱਚ ਗੋਰਿਆਂ ਨੇ ਸ਼ਾਮਲ ਕੀਤਾ। ਜੇ ਗਲਤੀ ਨਾਲ ਦੇਸ਼ ਵੰਡ ਦੇ ਮੌਕੇ ਜਦੋਂ ਅਸੀਂ ਇਹ ਗੱਲ ਕਰਦੇ ਸੀਗੇ ਕਿ ਹੁਣ ਦੇਸ਼ ਆਜ਼ਾਦ ਹੋਣ ਲੱਗਾ ਹੈ, ਤੇ ਉਦੋਂ ਸਾਡੀ ਲੀਡਰਸ਼ਿਪ ਨੇ ਕਹਿਤਾ ਸੀ ਹਿੰਦੁਸਤਾਨ ਦਾ ਹਿੱਸਾ ਬਣਨਾ ਹੈ। ਜੇ ਸਿੱਖ ਰਾਜ ਸੀ, ਸਿੱਖ ਰਾਜ ਹਿੰਦੁਸਤਾਨ ਦਾ ਹਿੱਸਾ ਬਣਿਆ। ਜੇ ਕਿਤੇ ਤਸੱਲੀ ਨਹੀਂ ਹੁੰਦੀ, ਸਾਡਾ ਹੱਕ ਵੀ ਬਣਦਾ ਹੈ ਕਿ ਭਾਈ ਜੇ ਸਾਡੇ ਤੁਹਾਡੀ ਨਹੀਂ ਨਿਭਦੀ, ਸਾਨੂੰ ਤੁਸੀਂ ਵੱਖ ਕਰ ਦਿਓ। ਪਰ ਉਹਦਾ ਕੋਈ ਤਰੀਕਾ, ਕੋਈ ਲੀਡਰਸ਼ਿਪ ਇਮਰਜ ਨਹੀਂ ਹੋ ਰਹੀ। ਸੋ ਮੈਨੂੰ ਇਹ ਲੱਗਦਾ ਹੈ ਕਿ ਘੱਟੋ ਘੱਟ ਅਮਰੀਕਾ ਦੇ ਵਿੱਚ ਬੈਠਿਆਂ ਜਿਹੜੀਆਂ ਸੰਸਥਾਵਾਂ ਸੁਹਿਰਦਤਾ ਦੇ ਨਾਲ ਕੰਮ ਕਰਦੀਆਂ ਨੇ, ਉਹਨਾਂ ਦਾ ਕੋਈ ਨਾ ਕੋਈ ਸਾਂਝਾ ਪਲੇਟਫਾਰਮ ਜ਼ਰੂਰ ਬਣਨਾ ਚਾਹੀਦਾ ਹੈ। ਇਸ ਡਿਸਕਸ਼ਨ ਦੇ ਵਿੱਚ ਮੇਰੀ ਆਪਣੀ ਇਹ ਰਾਏ ਆ, ਉਹਦੇ ਬਾਰੇ ਤੁਸੀਂ ਜਾਂ ਕੋਈ ਹੋਰ ਸਾਡੀਆਂ ਸੰਸਥਾਵਾਂ ਸਹਿਮਤ ਹੋਣ ਜਾਂ ਨਾ ਹੋਣ, ਪਰ ਮੈਂ ਸਮਝਦਾ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੈਂ ਨਹੀਂ ਦੇਖਿਆ ਕਿ ਤੁਸੀਂ ਹਿੰਦੁਸਤਾਨ ਵਾਸਤੇ ਮੋਦੀ ਗਵਰਨਮੈਂਟ ਤੋਂ ਕੋਈ ਪਰਮਿਟ ਮੰਗਿਆ ਹੋਵੇ, ਕੋਈ ਤੁਸੀਂ ਉੱਥੇ ਕਾਰੋਬਾਰ ਖੋਲ੍ਹਣੇ ਹੋਣ। ਹੋ ਸਕਦਾ ਮੈਨੂੰ ਨਾ ਪਤਾ ਹੋਵੇ ਤੇ ਦਰਸ਼ਕਾਂ ਨੂੰ ਇਹ ਵੀ ਲੱਗੇ ਕਿ ਸ਼ਾਇਦ ਮੈਂ ਆਪਣੇ ਕੋਲੋਂ ਕਹਿ ਰਿਹਾ, ਪਰ ਜਿੰਨਾ ਕੁ ਮੈਨੂੰ ਪਤਾ ਹੈ। ਬਿਲਕੁਲ ਇਹ ਚੀਜ਼ ਹੁਣ ਵਕਤ ਦੇ ਤਕਾਜ਼ੇ ਦੇ ਨਾਲ, ਜਿਹੜੀ ਤੁਸੀਂ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਸੀ ਕਿ ਦਲੀਪ ਸਿੰਘ ਸੌਣ ਤੋਂ ਬਾਅਦ ਅਸੀਂ ਕੋਈ ਵੀ ਕਾਂਗਰਸਮੈਨ ਨਹੀਂ ਪੈਦਾ ਕਰ ਸਕੇ। ਯੂਥ ਨੂੰ ਸਿੱਖ ਲੀਡਰਸ਼ਿਪ ਦੇ ਵਿੱਚ ਕਿਵੇਂ ਲੈ ਕੇ ਆਈਏ? ਪਹਿਲਾਂ ਤੇ ਯੂਥ ਨੂੰ ਅਸੀਂ ਆਪਣੇ ਨੂੰ ਐਜੂਕੇਸ਼ਨ ਵੱਲ ਧਿਆਨ ਦੇਣਾ। ਉਹਨਾਂ ਨੂੰ ਅੱਜ ਵੀ ਮੈਂ ਵੇਖੇ ਨੇ ਸਾਡਾ ਸੈਕੰਡ ਜਨਰੇਸ਼ਨ, ਔਰ ਮੈਂ ਕਿਸੇ ਕੰਮ ਨੂੰ ਛੋਟਾ ਨਹੀਂ ਕਹਿੰਦਾ, ਮੈਂ ਕਿਸੇ ਕੰਮ ਨੂੰ ਵੱਡਾ ਨਹੀਂ ਕਹਿੰਦਾ, ਸਾਰੇ ਅਸੀਂ ਗੁਰੂ ਦੀ ਮਿਹਰ ਨਾਲ ਸਾਰੇ ਹਾਰਡ ਵਰਕ ਕਰਦੇ ਹਾਂ। ਅਸੀਂ ਆਪਣੇ ਵਰਕ ਐਥਿਕਸ ਸਿੱਖਾਂ ਵੀ ਜਿੰਨੇ ਸਾਡੀ ਕੌਮ ਵਿੱਚ ਨੇ, ਮੈਂ ਸਮਝਦਾ ਕਿਸੇ ਹੋਰ ਕੌਮ 'ਚ ਨਹੀਂ ਨੇ। ਪਰ ਨਾਲ ਹੀ ਅਸੀਂ ਆਪਣੇ ਬੱਚਿਆਂ ਨੂੰ ਤਾਲੀਮ ਦੇਣੀ ਹੈ। ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ, ਔਰ ਉਹਨਾਂ ਨੂੰ ਮੈਂ ਦੇਖਦਾ ਕਿ ਸਾਡੇ ਬਹੁਤ ਘੱਟ ਬੱਚੇ ਨੇ ਜਿਹੜੇ ਲਾਅ ਦੀ ਫੀਲਡ ਵਿੱਚ ਜਾ ਰਹੇ ਨੇ, ਜਿਹੜੇ ਕਿ ਹੋਰ ਅੱਜ ਕੱਲ੍ਹ ਦੀ ਜਿਹੜੀ ਨਈ ਜਿਹੜੀਆਂ ਫੀਲਡਸ ਆ ਰਹੀਆਂ ਉਹਦੇ ਵਿੱਚ ਨਹੀਂ ਜਾ ਰਹੇ। ਔਰ ਜ਼ਿਆਦਾਤਰ ਸਾਡੇ ਯੂਥ ਜਿਹੜਾ ਹੈ ਉਹ ਜਾਂ ਟਰੱਕਿੰਗ ਇੰਡਸਟਰੀ ਵਿੱਚ ਜਾ ਰਿਹਾ ਹੈ, ਜਾਂ ਪੀਜ਼ਾ ਸਟੋਰਸ ਜਾਂ ਗੈਸ ਸਟੇਸ਼ਨਸ ਵਿੱਚ। ਔਰ ਇਹਨਾਂ ਵਿੱਚ ਕੋਈ ਬੁਰਾਈ ਨਹੀਂ ਹੈ, ਮੈਂ ਆਪ ਇਹਨਾਂ ਫੀਲਡ ਵਿੱਚ ਰਿਹਾ ਹੋਇਆ। ਪਰ ਸਾਨੂੰ ਡਿਵਰਸੀਫਾਈ ਹੋਣਾ ਪਏਗਾ, ਸਾਨੂੰ ਹਰ ਫੀਲਡ ਵਿੱਚ ਜਾਣਾ ਪਏਗਾ। ਖਾਸ ਕਰ ਸਾਨੂੰ ਜਾਣਾ ਪਏਗਾ ਆਪਣੇ ਬੱਚਿਆਂ ਨੂੰ ਅੱਗੇ ਪੋਲੀਟਿਕਸ ਵਿੱਚ ਭੇਜੀਏ, ਉਹ ਲਾਅ ਦੇ ਥਰੂ ਲਾਅ ਸਕੂਲ ਵਿੱਚ ਜਾਣ, ਉਸ ਤੋਂ ਬਾਅਦ ਕਾਂਗਰਸਮੈਨ ਸੈਨੇਟਰਸ ਬਣਨ। ਕਿਉਂਕਿ ਜਦ ਤੱਕ ਸਾਡੇ ਬੱਚੇ ਇੱਥੇ ਪੋਲੀਟੀਕਲੀ ਇਨਵੋਲਵ ਨਹੀਂ ਹੋਣਗੇ, ਨਾ ਸਾਡੀ ਇਸ ਮੁਲਕ 'ਚ ਇੱਜ਼ਤ ਰਹੇ, ਨਾ ਸਾਡੀ ਕਿਸੇ ਹੋਰ ਮੁਲਕ 'ਚ ਰਹੇਗੀ। ਕਿਉਂਕਿ ਗੁਰੂ ਸਾਹਿਬ ਕਹਿ ਗਏ ਨੇ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲ ਭਲੇ ਹੈ। ਔਰ ਰਾਜ ਦਾ ਮਤਲਬ ਇਹ ਨਹੀਂ ਕਿ ਸਾਨੂੰ ਹੁਣ ਖਾਲਿਸਤਾਨ ਹੀ ਬਣਾਉਣਾ, ਅੱਜ ਹੀ ਬਣਾਉਣਾ ਹੈ। ਰਾਜ ਦਾ ਮਤਲਬ ਇਹ ਕਿ ਤੁਸੀਂ ਅੱਗੇ ਆਓ ਔਰ ਗਵਰਨਮੈਂਟ ਦੇ ਵਿੱਚ ਹਿੱਸਾ ਬਣੋ ਜਾ ਕੇ। ਐਂਡ ਵੀ ਹੈਵ ਟੂ ਬੀ ਪੋਲੀਟੀਕਲੀ ਇਨਵੋਲਵਡ। ਜੇ ਤੁਸੀਂ ਗਵਰਨਮੈਂਟ ਵਿੱਚ ਆ ਗਏ ਹੋ ਤੇ ਅੱਜ ਰਾਜ ਫਿਰ ਸਾਡਾ ਹੀ ਹੈ ਜੇ ਅਸੀਂ ਗਵਰਨਮੈਂਟ ਵਿੱਚ ਹਾਂ। ਤੁਹਾਡੇ ਕੋਲ ਹੀ ਮੈਂ ਇੰਟਰਵਿਊ ਕਰ ਰਿਹਾ ਸੀਗਾ ਪਾਕਿਸਤਾਨ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਹੋਰਾਂ ਨੂੰ, ਤੇ ਉਹਨਾਂ ਨੇ ਇੱਕ ਗੱਲ ਬੜੀ ਖੂਬਸੂਰਤ ਕਹੀ ਸੀ, ਸ਼ਾਇਦ ਸਾਡੇ ਦਰਸ਼ਕਾਂ ਨੇ ਦੇਖਿਆ ਵੀ ਹੋਵੇ ਸਾਡੀ ਉਸ ਨਿਊਜ਼ ਦੇ ਵਿੱਚ। ਉਹਨਾਂ ਨੇ ਕਿਹਾ ਸੀ, ਜਦੋਂ ਮੈਂ ਕੈਨੇਡਾ ਜਾਂਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਬੜੇ ਸਿੱਖ ਪੋਲਿਟਿਕਸ ਦੇ ਵਿੱਚ ਨੇ, ਉੱਥੇ ਤੇ ਤੁਹਾਡਾ ਕਬਜ਼ਾ, ਉਹਨਾਂ ਸ਼ਬਦ ਵਰਤਿਆ ਸੀ, ਉੱਥੇ ਤੇ ਤੁਹਾਡਾ ਕਬਜ਼ਾ ਹੋ ਹੀ ਗਿਆ। ਬਿਲਕੁਲ ਬਿਲਕੁਲ। ਤੇ ਅੱਜ ਅਸੀਂ ਜਦੋਂ ਸਾਡਾ ਪੋਲੀਟੀਕਲ ਕਲਾਊਟ ਹੋਏਗਾ ਤੇ ਹਰ ਗਵਰਨਮੈਂਟ ਸਾਡੀ ਰਿਸਪੈਕਟ ਕਰੇਗੀ, ਸਾਡੀ ਗੱਲ ਸੁਣੇਗੀ।
ਔਰ ਮੈਂ ਦੂਜੀ ਗੱਲ ਜਿਹੜੀ ਇੱਥੇ ਦੀ ਲੀਡਰਸ਼ਿਪ ਨੂੰ ਕਹਿਣਾ ਚਾਹਾਂਗਾ ਕਿ ਮੈਂ 1986 ਵਿੱਚ ਇੰਡੀਆ ਤੋਂ ਇੱਥੇ ਆ ਗਿਆ, ਠੀਕ ਹੈ ਨਾ। ਮੈਂ ਆਪਣੇ ਆਪ ਨੂੰ ਸਮਝਦਾ ਵੀ ਮੈਂ ਤੇ ਉੱਥੋਂ ਨੱਸ ਆਇਆ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਪਰ ਜਿਹੜੇ ਲੋਕ ਉੱਥੇ ਰਹਿ ਗਏ ਨੇ ਉਹਨਾਂ ਨੇ ਉਹ ਸਾਰਾ ਹੰਡਿਆ ਹੈ। ਉਹਨਾਂ ਦੇ ਉੱਪਰ ਤਸ਼ੱਦਦਾਂ ਹੋਈਆਂ ਨੇ, ਉਹਨਾਂ ਦੇ ਉੱਪਰ KPS ਗਿੱਲ ਤੇ ਹੋਰ ਸਾਰੇ ਜਿਹੜੇ ਉੱਥੇ ਪੁਲਿਸ ਐਕਸ਼ਨਸ ਹੋਏ ਨੇ ਉਹਨਾਂ ਨੇ ਸਹੇ ਨੇ, ਉਹਨਾਂ ਨੇ ਸਾਰਾ ਕੁਝ ਦੇਖਿਆ। ਦਿੱਲੀ ਵਿੱਚ ਜਿਹੜੇ 84 ਦੇ ਵਿਕਟਮ ਸਨ ਉਹ ਰਹਿ ਗਏ ਨੇ, ਉਹ ਲੋਕੀ ਲੜੇ ਨੇ ਆਪਣੇ ਐਗਜ਼ਿਸਟੈਂਸ ਵਾਸਤੇ ਇੰਡੀਆ ਵਿੱਚ, ਉਸ ਤੋਂ ਬਾਅਦ ਰਾਜੀਵ ਗਾਂਧੀ ਦੀ ਗਵਰਨਮੈਂਟ ਰਹੀ ਕਿੰਨੇ ਸਾਲ 84 ਤੋਂ ਬਾਅਦ, ਤੇ ਸੋਚੋ ਕੀ ਉੱਥੇ ਉਹਨਾਂ ਨਾਲ ਹੋਇਆ ਹੋਣਾ। ਤੇ ਉਹ ਸਾਰੇ ਜਿਹੜੇ ਉੱਥੇ ਅੱਜ 3 ਕਰੋੜ ਸਿੱਖ ਹੈਗਾ ਸਾਡਾ ਭਰਾ ਭੈਣ ਭਰਾ, ਉਹ ਉੱਥੇ ਲੜ ਕੇ ਵੱਡੇ ਹੋਏ ਨੇ। ਇੱਥੇ ਅਸੀਂ ਇੱਕ ਵੈਕਿਊਮ 'ਚ, ਮੈਂ ਪਹਿਲਾਂ ਵੀ ਕਿਹਾ ਸੀ, ਇੱਥੇ ਵੈਕਿਊਮ 'ਚ ਆ ਗਏ ਹਾਂ। ਹੁਣ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਨਾਲ ਮਿਲ ਕੇ, ਉਹਨਾਂ ਦੇ ਵਿਚਾਰ ਲੈ ਕੇ, ਇੱਥੇ ਆਪਣੇ ਵਿਚਾਰ ਲੈ ਕੇ ਇੱਕ ਮੰਥਨ ਕਰਕੇ ਤੇ ਆਪਣੀ ਸਟ੍ਰੈਟਜੀ ਬਣਾਈਏ ਜਿਹੜੀ ਅਸੀਂ ਇੱਕ ਪੇਜ 'ਤੇ ਹੋਈ ਹੈ। ਬਹੁਤ ਸ਼ੁਕਰੀਆ। 6 ਜੂਨ ਦਾ ਇਹ ਦਿਹਾੜਾ ਸਾਨੂੰ ਬਹੁਤ ਸਾਰੀਆਂ ਬੇਸ਼ੱਕ ਦੁਖਦਾਇਕ ਘਟਨਾਵਾਂ ਨੂੰ ਯਾਦ ਕਰਵਾਉਂਦਾ ਹੈ, ਪਰ ਲੋੜ ਹੈ ਸਬਕ ਸਿੱਖਣ ਦੀ, ਨਾ ਸਿਰਫ ਇਹ ਪਾਉਣ ਦੀ। ਆਈ ਐਮ ਆਲਸੋ ਵਨ ਆਫ ਦੈਮ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਲਿਖਦੇ ਆ, ਨਾ ਭੁੱਲਣਯੋਗ ਨਾ ਬਖਸ਼ਣਯੋਗ, ਨਾ ਭੁੱਲੇ ਆ ਨਾ ਭੁੱਲਾਂਗੇ। ਪਰ ਇਸ ਤੋਂ ਵੀ ਅੱਗੇ ਜਾ ਕੇ ਲੋੜ ਹੈ ਸਵੈ ਪੜਚੋਲ ਦੀ। ਕੁਝ ਗੱਲਾਂ ਅਸੀਂ ਸ਼ੇਅਰ ਕੀਤੀਆਂ ਨੇ, ਕੁਝ ਗੱਲਾਂ ਇਸ ਮੁੱਦੇ ਤੋਂ ਬਾਅਦ ਤੁਸੀਂ ਆਪਸ ਵਿੱਚ ਬੈਠ ਕੇ ਪੜਚੋਲ ਕਰਿਓ, ਆਪਣੇ ਸਨੇਹੀਆਂ ਤੇ ਆਪਣਿਆਂ ਨਾਲ ਇਹਦੇ ਬਾਰੇ ਗੱਲ ਕਰਿਓ ਕਿ ਇਹਨਾਂ ਮਸਲਿਆਂ ਦੇ ਕੀ ਹੱਲ ਨੇ। ਸੰਤ ਭਿੰਡਰਾਂਵਾਲੇ ਹੋਣ ਜਾਂ ਸਾਡੀ ਉਹ ਪੁਰਾਣੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਸਾਨੂੰ ਦੇਣ, ਸਾਨੂੰ ਲੋੜ ਹੈ ਕਿ ਸਿਰਫ ਅਸੀਂ ਉਹਨਾਂ ਦੀਆਂ ਫੋਟੋ ਹੀ ਰੱਖ ਕੇ ਪੂਜਾ ਨਾ ਕਰੀਏ, ਡੋਲਿਆਂ ਦੇ ਉੱਪਰ ਉਹਨਾਂ ਦੇ ਟੈਟੂਸ ਨਾ ਬਣਾਈਏ, ਬਲਕਿ ਉਹਨਾਂ ਦੀ ਸੋਚ ਦੇ ਉੱਪਰ ਚੱਲੀਏ। ਤੇ ਉਸ ਸੋਚ ਦੇ ਉੱਤੇ ਚੱਲਣ ਲਈ ਸਾਨੂੰ ਉਹਨਾਂ ਨੂੰ ਮੁੜ ਯਾਦ ਕਰਨਾ ਪੈਣਾ, ਆਪਣੇ ਅੰਦਰ ਝਾਤੀ ਮਾਰਨੀ ਪੈਣੀ ਹੈ। ਇਸ ਅੱਜ ਦੇ ਪ੍ਰੋਗਰਾਮ ਵਿੱਚ ਇਹ ਝਾਤੀ ਮਾਰਨ ਦਾ ਅਸੀਂ ਉਪਰਾਲਾ ਕੀਤਾ ਹੈ। ਸ਼ਾਇਦ ਅਗਲੇ ਫਿਰ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਅਜਿਹੇ ਹੀ ਆਪਣੇ ਕਿਸੇ ਮਹਿਮਾਨ ਦੇ ਨਾਲ ਅਸੀਂ ਦੁਬਾਰਾ ਗੱਲਬਾਤ ਕਰੀਏ। ਤੁਹਾਡਾ ਪ੍ਰੋਗਰਾਮ ਵੇਖਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਜੁੜੇ ਰਹੋ PTC ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਜੈਸੀ।